ਜਿਹੜੇ ਇੰਨੇ ਵੱਡੇ ਗੁੰਡੇ ਇਹਨਾਂ ਨੇ ਸੱਤਾ 'ਚ ਬਿਠਾਏ ਹੋਏ ਨੇ। ਹੁਣ ਇਹ ਦੇਖੋ, ਇਹ ਵੱਡਾ ਮਸਲਾ ਹੈ, ਸਿਰਫ ਇੱਕ ਵਾਰ ਦਾ ਜਾਂ ਫਿਰ ਸਿਰਫ ਅੱਜ ਦਾ ਮਸਲਾ ਨਹੀਂ ਹੈਗਾ, ਤੇ ਸਿਰਫ ਇਹਨਾਂ ਖਿਡਾਰਨਾਂ ਦਾ ਮਸਲਾ ਨਹੀਂ ਹੈਗਾ। ਇਸ ਸਰਕਾਰ ਦਾ ਇੱਕ ਰਿਕਾਰਡ ਰਿਹਾ ਜਿਹਦੇ 'ਚ ਇਹਨਾਂ ਦੀ ਪਾਰਟੀ ਦੇ ਮੈਂਬਰ ਹੀ ਇਹੋ ਜਿਹੇ ਦੋਸ਼ੀ ਰਹੇ ਨੇ, ਉਹ ਬਲਾਤਕਾਰ ਹੋਵੇ, ਉਹ ਛੇੜਛਾੜ ਦੀਆਂ ਘਟਨਾਵਾਂ ਹੋਣ, ਤੇ ਇਹਨਾਂ ਦੇ ਇੱਕ ਰਿਕਾਰਡ ਰਿਹਾ ਇਹਨਾਂ ਨੂੰ ਬਚਾਉਣ ਦਾ। ਨਹੀਂ, ਕੁੜੀਆਂ ਬਿਲਕੁਲ ਸੇਫ ਨਹੀਂ, ਨਾ ਜਸਟਿਸ ਮਿਲਿਆ। ਕੁੜੀਆਂ ਜਦੋਂ ਹੀ ਸੇਫ ਹੋਣਗੀਆਂ ਮੇਰੇ ਹਿਸਾਬ ਨਾਲ ਜਦੋਂ ਇਹ ਗਵਰਨਮੈਂਟ 'ਚ ਚੇਂਜਸ ਆਉਣਗੇ। ਸਭ ਤੋਂ ਪਹਿਲਾਂ ਇੱਕ ਜਿਹੜੀ ਪਲੇਅਰ ਦਾ ਜਿਹੜਾ ਹੁੰਦਾ ਸੁਪਨਾ ਹੁੰਦਾ ਤਗਮਾ ਜਿੱਤਣਾ। ਜਦ ਬੰਦੇ ਦਾ ਇਹ ਮਨ ਬਣ ਜੇ ਕਿ ਮੈਂ ਗੰਗਾ 'ਚ ਬਹਾ ਦਾਂ ਉਹਨੂੰ ਜਾਂ ਰੋੜ ਦਾਂ, ਉਹ ਬਹੁਤ ਹੀ ਜ਼ਿਆਦਾ ਮਤਲਬ ਹਰਟ ਹੋਇਆ ਹੋਊਗਾ ਬੰਦਾ। ਤੇ ਯੂਥ ਨੂੰ ਓਬਵੀਅਸਲੀ ਉਸ ਨੂੰ ਚਾਹੀਦਾ ਉਹਦੇ ਨਾਲ ਤੁਰਨ ਦਾ, ਉਹਨਾਂ ਨਾਲ ਮੋਢਾ ਲਾ ਕੇ ਉਹਨਾਂ ਸਾਥ ਦੇਣ ਦਾ। ਦਿੱਲੀ ਜੰਤਰ ਮੰਤਰ ਦੇ ਵਿੱਚ ਜਿਹੜਾ ਰੈਸਲਰਾਂ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਸੀ, ਹਾਲਾਂਕਿ ਕੁਝ ਦਿਨ ਪਹਿਲਾਂ ਪੁਲਿਸ ਵੱਲੋਂ ਉਹ ਪ੍ਰੋਟੈਸਟ ਚੱਕ ਦਿੱਤਾ ਗਿਆ। ਹਾਲਾਤ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਕਿਸ ਤਰ੍ਹਾਂ ਨੇ, ਕੁੜੀਆਂ ਕਿੰਨੀ ਸੇਫ ਨੇ, ਕਿਉਂਕਿ ਜਦੋਂ ਪਹਿਲਵਾਨ ਹੀ ਨਹੀਂ ਕਹਿ ਰਹੇ, ਲੋਕੀ ਕਹਿ ਰਹੇ ਪਹਿਲਵਾਨ ਨਹੀਂ ਸੇਫ, ਤਾਂ ਕੁੜੀਆਂ ਕਿੰਨੀ ਸੇਫ ਹੋਣਗੀਆਂ। ਇਸ ਤੋਂ ਅਸੀਂ ਪੰਜਾਬ ਯੂਨੀਵਰਸਿਟੀ ਵਿੱਚ ਪਹੁੰਚੇ ਹਾਂ, ਗੱਲਬਾਤ ਕਰਾਂਗੇ। ਇੱਥੇ ਕੁੜੀਆਂ ਖੜੀਆਂ ਨੇ। ਅੱਛਾ, ਇੱਕ ਸਵਾਲ ਕਰਾਂਗੇ ਵੀ ਜਦੋਂ ਜਿਹੜਾ ਦਿੱਲੀ ਜੰਤਰ ਮੰਤਰ ਪ੍ਰੋਟੈਸਟ ਹੋਇਆ ਹੈ, ਜੋ ਵੀ ਘਟਨਾ ਵਾਪਰੀ ਹੈ, ਪਹਿਲਾਂ ਉਹ ਪੂਰੀ ਘਟਨਾ ਤੋਂ ਤੁਹਾਡਾ ਕਿਆ ਸੋਚਣਾ ਹੈ? ਦੇਖੋ, ਦਿੱਲੀ 'ਚ ਜੋ ਹੋਇਆ ਜੰਤਰ ਮੰਤਰ, ਜਿਹੜਾ ਭਲਵਾਨਾਂ ਦਾ ਧਰਨਾ ਸੀਗਾ, ਉਹਨਾਂ 'ਤੇ ਇਹਨਾਂ ਨੇ ਬਹੁਤ ਬੇਰਹਿਮੀ ਨਾਲ ਉਹਨਾਂ ਨੂੰ ਚੱਕ ਕੇ ਕੀ ਕਹਿੰਦੇ ਬੱਸਾਂ 'ਚ ਸਿੱਟਿਆ ਹੈ ਨਾ, ਉਹਨਾਂ 'ਤੇ ਪਰਚੇ ਕਰਤੇ। ਤੇ ਇਹ ਕਿਉਂ ਕੀਤਾ? ਕਿਉਂਕਿ ਉਹ ਇਨਸਾਫ ਮੰਗ ਰਹੇ ਸੀ, ਹੈ ਨਾ। ਉਹਨਾਂ ਨਾਲ ਛੇੜਛਾੜ ਦੀਆਂ ਘਟਨਾਵਾਂ ਕੀਤੀਆਂ ਸੀ ਉਹਨਾਂ ਦੇ ਆਪ ਦੇ ਜਿਹੜੇ ਕੋਚ ਨੇ, ਪਰ ਉਹ ਕੋਚ ਕਿਉਂਕਿ ਬੀਜੇਪੀ ਦਾ ਮੈਂਬਰ ਹੈ, ਕਿਉਂਕਿ ਉਹ ਇਹਨਾਂ ਦੀ ਸੱਤਾ 'ਚ ਬਹਿ ਸਕਦਾ, ਬਹਿੰਦਾ ਉਹ, ਹੈ ਨਾ, ਬਹੁਤ ਵੱਡਾ ਗੁੰਡਾ ਵੀ ਹੈ ਉਹ, ਸਿਰਫ ਇਸ ਕਰਕੇ ਉਹਨੂੰ ਸਰਕਾਰ ਬਚਾ ਰਹੀ ਹੈ। ਤੇ ਸਰਕਾਰ ਅੱਜ ਬਲਾਤਕਾਰੀਆਂ ਨੂੰ ਸੱਤਾ 'ਚ ਬਚਾ ਕੇ, ਹੈ ਨਾ, ਦੂਜੇ ਪਾਸੇ ਜਿਹੜੀਆਂ ਔਰਤਾਂ ਆਪਣੇ ਹੱਕ ਸੱਚ ਦੀ ਲੜਾਈ ਲੜਨ ਲਈ ਆਵਾਜ਼ ਚੱਕ ਰਹੀਆਂ ਨੇ, ਉਹਨਾਂ ਨੂੰ ਐਵੇਂ ਦਬਾ ਰਹੇ ਨੇ। ਉਹਨਾਂ ਨੂੰ ਜੰਤਰ ਮੰਤਰ ਤੋਂ ਚੱਕ ਕੇ ਉਹਨਾਂ ਦਾ ਸਾਰਾ ਜਿਹੜਾ ਧਰਨੇ ਦਾ ਸਮਾਨ ਸੀਗਾ ਉਹ ਵੀ ਸਾਰਾ ਚੱਕ ਦਿੱਤਾ ਗਿਆ। ਉਹਨਾਂ ਨੂੰ ਵਾਪਸ ਜੰਤਰ ਮੰਤਰ ਜਾਣ ਵੀ ਨਹੀਂ ਦਿੱਤਾ। ਉਹਨਾਂ ਨੂੰ ਰਾਤ ਬਹੁਤ ਦੇਰ ਬਾਅਦ ਕੀ ਕਹਿੰਦੇ ਨੇ ਥਾਣੇ ਤੋਂ ਜਾਣ ਦਿੱਤਾ ਗਿਆ। ਦੂਜੇ ਪਾਸੇ ਉਸੇ ਹੀ ਦਿਨ ਉੱਥੋਂ 2 ਕਿਲੋਮੀਟਰ ਦੀ ਦੂਰੀ 'ਤੇ ਹੀ ਨਵੇਂ ਪਾਰਲੀਮੈਂਟ ਦੀ ਬਿਲਡਿੰਗ ਦਾ ਉਦਘਾਟਨ ਕਰ ਰਹੇ ਸੀ, ਅਤੇ ਉੱਥੇ ਮੋਦੀ ਐਵੇਂ ਮਤਲਬ ਉਹ ਹੋ ਰਿਹਾ ਸੀ ਜਿਵੇਂ ਉਹ ਕੋਈ ਰਾਜਾ ਹੁੰਦਾ ਹੈ ਅਤੇ ਉਹਦਾ ਕੋਈ ਮਹਿਲ ਹੁੰਦਾ ਜਿਵੇਂ ਨਵੀਂ ਪਾਰਲੀਮੈਂਟ। ਅਤੇ ਇਹ ਮਤਲਬ ਇੱਕ ਪਾਸੇ ਕਹਿੰਦੇ ਨੇ ਵੀ ਭਾਰਤ ਇੱਕ ਲੋਕਤੰਤਰ ਹੈ, ਪਰ ਇੱਕ ਇਹੋ ਜਿਹਾ ਲੋਕਤੰਤਰ ਹੈ ਜਿਹਦੇ 'ਚ ਔਰਤਾਂ ਆਪਣੀ ਇਨਸਾਫ ਦੀ ਲੜਾਈ ਲੜਦੀਆਂ ਨੇ, ਜਦੋਂ ਉਹਨਾਂ 'ਤੇ ਹੀ ਵਾਪਸ ਪਰਚੇ ਹੁੰਦੇ ਨੇ, ਉਹਨਾਂ ਨੂੰ ਹੀ ਜੇਲ੍ਹ ਸਿੱਟਿਆ ਜਾਂਦਾ ਵਾਪਸ। ਅੱਛਾ, ਬ੍ਰਿਜ ਭੂਸ਼ਣ ਬਾਰੇ ਤੁਸੀਂ ਕੀ ਸੋਚਦੇ ਹੋ? ਕਿਉਂਕਿ ਜੋ ਵੀ ਕੁਝ ਹੋ ਰਿਹਾ ਹੈ ਉਹਦੇ ਹਰ ਵਿੱਚ ਇਹੀ ਨਾਮ ਆ ਰਿਹਾ ਬ੍ਰਿਜ भूषण ਦਾ, ਤੁਹਾਡਾ ਉਸ ਬਾਰੇ ਕੀ ਸੋਚਣਾ? जैसे कि वहाँ पे जो प्रोटेस्ट चल रहा है बहुत सारे खिलाड़ियों का, तो वो यही है कि जैसे हम मतलब सोशल मीडिया को भी फॉलो करते हैं, तो उस पर आते हैं कि 7 घंटे लग गए उस पर FIR करने को। तो इससे पता चलता है कि वो कितना ज़्यादा पावरफुल है, 6 बारी MP भी रह गया है, उसका कितना बड़ा क्रिमिनल बैकग्राउंड है, और 7 घंटे में वो FIR नहीं कर सकते उस पर 7 घंटे के अंदर आप मतलब कि जो खिलाड़ी है उन पर जो फर्जी पर्चे है वो कर सकते हो। और ये जो मतलब कि जो बृज भूषण है उसकी पावर यहीं से दिखती है कि उसका वैसे तो केस पॉक्सो के अंडर हुआ है, तो उसमें ये होता है कि पहले आप मतलब कि कार्रवाई करते हो, मतलब FIR होती है तो आप पहले उसको जेल में डालते हो, फिर कार्रवाई करते हैं। पर पुलिस कह रही है कि पहले मतलब कि कार्रवाई होगी। पहली जो कमेटी जनवरी में बनी थी उसके तहत पहले पता चलेगा कि उसके चार्जेस जस्टिफाइड है या नहीं है। तो मतलब ये है कि जैसे कि जो आपके लिए मेडल्स ला रही है, या बेटी बचाओ बेटी पढ़ाओ, या फिर जो भी ये सारे नैरेटिव्स जो सरकार फैलाती है, या फिर जो हमारी क्या बोलते हैं कि जो बर्बर पुलिस है जो उसके अंडर होता है, तो मतलब एक तरीके से फॉल्स नैरेटिव ही है, और वो इतना पावरफुल इंसान है तभी उसके अगेंस्ट कुछ हो नहीं रहा है। तो एक तरीके से जब ये है कि जब कोई वुमन जो है वो आगे बढ़ के आती है, कुछ कर रही होती है, जब आप उसी को इतना बड़ा थ्रेट इम्पोज करोगे, तो जो आम लड़की है वो तो ऑब्वियसली बाहर नहीं आ पाएगी, सिर्फ सो कॉल्ड सेफ्टी के चक्कर में जो मतलब ये फैलाया जाता है कि लड़कियां सेफ़ नहीं है। पर वो इसीलिए सेफ़ नहीं है क्योंकि जो आपकी पावर में जो लोग हैं, जब आप उनको मतलब बचा के रखोगे, उनको मतलब बस आप उनको पुलिस से सुरक्षा दोगे, हर तरीके से सुरक्षा दोगे, तो बाकी लड़कियों के लिए तो आप रास्ते आगे के बंद ही कर दोगे ना। तो ये है मतलब कि सवाल ये होंदा क्या कुड़ियां सेफ ने ਭਾਰਤ ਦੇ? ਜੇ ਪਹਿਲਵਾਨ ਹੀ ਨਹੀਂ ਸੇਫ, ਜੇ ਸਾਡੇ ਸਪੋਰਟਸ ਪਲੇਅਰ ਹੀ ਨਹੀਂ ਸੇਫ, ਮੰਨਦੇ ਵੀ ਜਿਹੜੀ ਕੁੜੀਆਂ ਜਿਹਨੂੰ ਕਹਿੰਦੇ ਫਰੀडम ਦਿੱਤੀ ਹੋਈ है, वो फ्रीडम है? फिर फ्रीडम का ऐसा है सर कि मतलब ये है कि फ्रीडम जो है ना, जैसे कि
ये है कि ये फ्रीडम जो है ये किस जो मतलब ये फ्रीडम देने वाले जो दलाल होते हैं या फिर जो प्रोपोगेट करते हैं इस चीज़ को, तो उनके हिसाब से डिसाइड होती है कि आम जनता की फ्रीडम किस तरीके की होगी। तो मतलब वही है कि अगर इंसान पावर में है तो वो मतलब डिसाइड कर सकता है कि सामने वाले की फ्रीडम क्या होगी। बाकी रही बात सेफ्टी की, तो वुमेन इसलिए भी सेफ़ नहीं है क्योंकि जो हमारी सरकार है जो फॉल्स मतलब नैरेटिव फैलाती है, झूठे वादे करती है, उस पर कभी खरी तो उतरती नहीं। चाहे वो सुप्रीम कोर्ट के बयान देख लो, मतलब कि जब आप मतलब कि जो इंसान है वो सबसे ज़्यादा जुडिशरी के पास जाता है या अदालत के पास जाता है, जब वही आपके राइट सेफ गार्ड नहीं कर सकते, वही आपको प्रोटेक्शन नहीं दे सकते, तो आप किस सेफ्टी की किस फ्रीडम की बात करते हो। तो ये वाली चीज़ है। ਜਦੋਂ ਯੂਥ ਦੀ ਗੱਲ ਆਉਂਦੀ ਹੈ, ਮੰਨਦੇ ਹੋ ਕਿ ਅੱਜ ਯੂਥ ਦੀ ਆਪਾਂ ਕਰਦੇ ਹਾਂ ਵੀ ਯੂਥ ਕਹਿੰਦੇ ਵੀ ਬਾਹਰ ਜਾ ਰਿਹਾ, ਬਾਹਰ ਜਾਣ ਦਾ ਕਾਰਨ ਕੀ ਹੈ? ਉਹ ਜਿਹੜਾ ਮਸਲਾ ਹੀ ਉਹ ਪ੍ਰਵਾਸ ਦਾ ਮਸਲਾ, ਯਾਨੀ ਕਿ ਮਤਲਬ ਜਿਹੜਾ ਅੱਜ ਸਮਾਜ ਹੈਗਾ ਇਹਦੇ ਵਿੱਚ ਆਪਾਂ ਵੇਖੀ ਵੀ ਪੰਜਾਬ ਦੇ ਵਿੱਚ ਵੀ ਬਾਹਰੋਂ ਹੋਰ ਰਾਜਾਂ ਦੇ ਲੋਕ ਇੱਥੇ ਆਉਂਦੇ ਨੇ ਚੰਗੇ ਵਸੀਲਿਆਂ ਦੇ ਲਈ, ਹੈ ਨਾ, ਚੰਗੀ ਰੋਜੀ ਰੋਟੀ ਦੇ ਲਈ। ਤਾਂ ਇੱਥੋਂ ਵੀ ਜਿਹੜੇ ਲੋਕ ਨੇ ਉਹ ਬਾਹਰ ਨੂੰ ਪ੍ਰਵਾਸ ਕਰਦੇ ਨੇ ਕਿਉਂਕਿ ਉੱਥੇ ਉਹਨਾਂ ਨੂੰ ਲੱਗਦਾ ਹੈ ਵੀ ਜਦੋਂ ਉੱਥੇ ਉਹਨਾਂ ਨੂੰ ਸੁਰੱਖਿਆ ਮਿਲੂਗੀ, ਹੈ ਨਾ, ਕਿਸੇ ਵੀ ਨੌਕਰੀ ਦੀ ਸੁਰੱਖਿਆ ਮਿਲੂਗੀ, ਤਾਂ ਇਹ ਤਾਂ ਇੱਕ ਚੰਗੀ ਚੀਜ਼ ਹੈ। ਮਤਲਬ ਇੱਕ ਥਾਂ ਤੋਂ ਦੂਜੀ ਥਾਂ ਲੋਕ ਪ੍ਰਵਾਸ ਕਰਦੇ ਨੇ। ਇਹ ਮਸਲਾ ਜਿਹੜਾ ਹੈਗਾ ਇਹ ਅੱਡ ਮਸਲਾ ਹੈਗਾ। ਜਿਵੇਂ ਪੰਜਾਬ ਦੇ ਵਿੱਚ ਵੀ ਅੱਜ ਇੱਕ ਵਰਤਾਂਤ ਸਿਰਜਿਆ ਜਾ ਰਿਹਾ ਨਾ ਵੀ ਇੱਥੋਂ ਬਾਹਰੋਂ ਲੋਕ ਆ ਕੇ ਪੰਜਾਬ ਦੇ ਵਿੱਚ ਭਰ ਰਹੇ ਨੇ, ਇੱਥੋਂ ਪੰਜਾਬ ਖਤਮ ਹੋ ਰਿਹਾ ਵੀ ਉਹ ਲੋਕ ਇੱਥੇ ਆ ਕੇ ਜੇ ਕੰਮ ਕਰ ਰਹੇ ਨੇ ਤਾਂ ਉਹਨਾਂ ਪੰਜਾਬ ਵਿਕਾਸ ਕਰ ਰਿਹਾ। ਤੇ ਦੂਜੀ ਗੱਲ ਹੈ ਵੀ ਉਹ ਲੋਕ ਇੱਥੇ ਆ ਕੇ ਪੰਜਾਬੀ ਭਾਸ਼ਾ ਬੋਲਦੇ, ਪੰਜਾਬੀ ਸੱਭਿਆਚਾਰ ਦਾ ਇੱਕ ਅੰਗ ਬਣ ਰਹੇ ਨੇ, ਤਾਂ ਇਹਦੇ ਨਾਲ ਪੰਜਾਬ ਕਿੱਥੇ ਮੁੱਕ ਗਿਆ? ਤਾਂ ਇਹ ਇੱਕ ਝੂਠਾ ਵਰਤਾਂਤ ਹੈ। ਅੱਛਾ, ਕਿਆ ਲੜਕੀਆਂ ਨੂੰ ਪਲੇਅਰ ਬਣਨਾ ਚਾਹੀਦਾ ਹੈ? ਜੇ ਦਿੱਲੀ ਜੰਤਰ ਮੰਤਰ ਜੋ ਵੀ ਚੱਲ ਰਿਹਾ ਹੈ, ਅਗਰ ਇੱਕ ਦਿਲ ਚਾਵੇ ਕਿ ਪਲੇਅਰ ਬਣਨਗੇ ਕੁੜੀਆਂ ਜੇ ਜਿਸ ਤਰ੍ਹਾਂ ਵਰਤਾਓ ਇਸ ਵਕਤ ਹੋ ਰਿਹਾ ਭਾਰਤ ਦੇ ਵਿੱਚ? ਗੱਲ ਦੇਖੋ ਇਹ ਨਹੀਂ ਹੈਗੀ ਵੀ ਕੀ ਕੁੜੀਆਂ ਨੂੰ ਪਲੇਅਰ ਬਣਨਾ ਚਾਹੀਦਾ ਕਿ ਨਹੀਂ, ਵੀ ਇਹ ਤਾਂ ਗੱਲ ਨਹੀਂ ਹੈਗੀ ਵੀ ਕੁੜੀਆਂ ਨਾਲ ਇਸ ਤਰ੍ਹਾਂ ਔਰਤਾਂ ਨਾਲ ਔਰ ਖਿਡਾਰ ਨਾਲ ਐਵੇਂ ਹੋਵੇ ਤੇ ਉਹ ਖੇਡਣਾ ਛੱਡ ਦੇਣ, ਪਲੇਅਰ ਬਣਨਾ ਛੱਡ ਦੇਣ। ਇਸ ਮਸਲੇ ਦਾ ਹੱਲ ਇਹ ਨਹੀਂ ਹੈਗਾ। ਹੱਲ ਇਹ ਹੈ ਵੀ ਜਿਹੜਾ ਵੀ ਇਹੋ ਜਿਹਾ ਦੋਸ਼ੀ ਹੈਗਾ ਉਹਨੂੰ ਸਜ਼ਾ ਦਿੱਤੀ ਜਾਵੇ, ਉਹਨੂੰ ਜੇਲ੍ਹ 'ਚ ਪਾਇਆ ਜਾਵੇ। ਜਿਹੜੇ ਇੰਨੇ ਵੱਡੇ ਗੁੰਡੇ ਇਹਨਾਂ ਨੇ ਸੱਤਾ 'ਚ ਬਿਠਾਏ ਹੋਏ ਨੇ। ਹੁਣ ਇਹ ਦੇਖੋ ਇਹ ਵੱਡਾ ਮਸਲਾ ਹੈ, ਸਿਰਫ ਇੱਕ ਵਾਰ ਦਾ ਜਾਂ ਫਿਰ ਸਿਰਫ ਅੱਜ ਦਾ ਮਸਲਾ ਨਹੀਂ ਹੈਗਾ, ਤੇ ਸਿਰਫ ਇਹਨਾਂ ਖਿਡਾਰਨਾਂ ਦਾ ਮਸਲਾ ਨਹੀਂ ਹੈਗਾ। ਇਸ ਸਰਕਾਰ ਦਾ ਇੱਕ ਰਿਕਾਰਡ ਰਿਹਾ ਜਿਹਦੇ 'ਚ ਇਹਨਾਂ ਦੀ ਪਾਰਟੀ ਦੇ ਮੈਂਬਰ ਹੀ ਇਹੋ ਜਿਹੇ ਦੋਸ਼ੀ ਰਹੇ ਨੇ। ਉਹ ਬਲਾਤਕਾਰ ਹੋਵੇ, ਉਹ ਛੇੜਛਾੜ ਦੀਆਂ ਘਟਨਾਵਾਂ ਹੋਣ, ਤੇ ਇਹਨਾਂ ਦੇ ਇੱਕ ਰਿਕਾਰਡ ਰਿਹਾ ਇਹਨਾਂ ਨੂੰ ਬਚਾਉਣ ਦਾ। ਉਹ ਕਠੂਆ ਹੋਵੇ ਜਾਂ ਉਹ ਉਨਾਓ ਹੋਵੇ, ਕੁਲਦੀਪ ਸੇਨਗਾਰ ਵਰਗੇ ਜਿਹੜੇ ਬੰਦੇ ਸੀਗੇ ਜਿਹੜੇ ਬਲਾਤਕਾਰੀ ਰਹੇ ਨੇ ਉਹ ਇਹਨਾਂ ਦੇ ਪਾਰਟੀ ਚੋਂ ਆਏ ਨੇ। ਦੂਜੇ ਪਾਸੇ ਕਠੂਆ ਦਾ ਵੀ ਸਾਨੂੰ ਪਤਾ ਵੀ ਇਹਨਾਂ ਨੇ ਸਪੋਰਟ 'ਚ ਰੈਲੀਆਂ ਕੱਢੀਆਂ ਸੀਗੀਆਂ ਬਲਾਤਕਾਰੀਆਂ ਦੀ ਸਪੋਰਟ 'ਚ, ਤੇ ਇਸ ਪਾਰਟੀ ਦਾ ਇੱਕ ਰਿਕਾਰਡ ਰਿਹਾ। ਤੇ ਇਹਦੇ ਕਰਕੇ ਹੀ ਅੱਜ ਵੀ ਉਹਨਾਂ ਖਿਡਾਰਨਾਂ ਨੂੰ ਆਪਣੀ ਲੜਾਈ ਲੜਨੀ ਪੈ ਰਹੀ ਹੈ। ਤੇ ਅੱਜ ਇੱਕ ਆਮ ਕੁੜੀ ਤੋਂ ਲੈ ਕੇ ਇੱਕ ਅੰਤਰਰਾਸ਼ਟਰੀ ਪੱਧਰ ਦੀ ਖਿਡਾਰਨ ਵੀ ਅੱਜ ਇੱਥੇ ਸੇਫ ਨਹੀਂ ਹੈਗੀ ਇਸ ਸਮਾਜ 'ਚ, ਕਿਉਂਕਿ ਇਹਨਾਂ ਸਰਕਾਰਾਂ ਨੇ ਅੱਜ ਤੱਕ ਸਾਡੀ ਜਦੋਂ ਵੀ ਆਪਾਂ ਕੋਈ ਲੜਾਈ ਲੜਦੇ ਹਾਂ, ਕੋਈ ਉਹ ਕਾਰਕੁਨ ਹੋਣ, ਉਹ ਪੱਤਰਕਾਰ ਹੋਣ, ਉਹ ਅੱਜ ਖਿਡਾਰੀ ਵੀ ਹੈਗੇ ਨੇ, ਜਿਵੇਂ ਸਾਰਿਆਂ ਨੂੰ ਜੇਲ੍ਹ 'ਚ ਡੱਕ ਰਹੇ ਨੇ, ਸਾਰਿਆਂ 'ਤੇ ਝੂਠੇ ਪਰਚੇ ਕਰ ਰਹੇ ਨੇ। ਜਿਵੇਂ ਜੰਤਰ ਮੰਤਰ 'ਚ ਵੀ ਅਸੀਂ ਦੇਖਿਆ ਵੀ ਉਹਨਾਂ ਨੂੰ ਕਿਵੇਂ ਉਹਨਾਂ ਦੇ ਪਰਚੇ ਕਰਤੇ ਗਏ, ਪਰ ਦੂਜੇ ਪਾਸੇ ਜਿਹੜਾ ਬ੍ਰਿਜ ਭੂਸ਼ਣ ਹੈ ਉਹਦੇ 'ਤੇ ਕਿੰਨੀ ਦੇਰ ਹੋ ਗਈ ਕੋਈ ਪਰਚਾ ਨਹੀਂ ਹੋਇਆ, ਉਹਨੂੰ ਨਹੀਂ ਗ੍ਰਿਫਤਾਰ ਕੀਤਾ ਗਿਆ। ਤਾਂ ਕਿਤੇ ਨਾ ਕਿਤੇ ਕੁੜੀਆਂ ਯੂਨੀਵਰਸਿਟੀ ਵਿੱਚ ਕਿਸ ਤਰ੍ਹਾਂ ਉਹਨਾਂ ਦਾ ਕੀ ਸੋਚਣਾ ਇਸ ਚੀਜ਼ 'ਤੇ ਲੈ ਕੇ ਜੋ ਜੰਤਰ ਮੰਤਰ ਵਿੱਚ ਹੋ ਰਿਹਾ? ਅੱਛਾ, ਜਦੋਂ ਗੱਲ ਸਟੂਡੈਂਟਸ ਦੀ ਆਉਂਦੀ ਹੈ, ਸਟੂਡੈਂਟਸ ਅਤੇ ਪੋਲੀਟਿਕਸ ਇਹ ਇੱਕ ਜਿਹਨੂੰ ਕਹਿੰਦੇ ਇੱਕ ਤਾਲਮੇਲ ਬਣਿਆ ਹੋਇਆ ਹੈ, ਪਰ ਜਦੋਂ ਇੱਕ ਹੱਕ ਦੀ ਆਵਾਜ਼ ਆਉਂਦੀ ਹੈ, ਜਸਟਿਸ ਜਿਹਨੂੰ ਕਹਿੰਦੇ ਆ, ਕਿ ਮੰਨਦੇ ਹੋ ਵੀ ਜਸਟਿਸ ਮਿਲ ਰਿਹਾ ਭਾਰਤ ਦੇ ਵਿੱਚ? ਜਾਂ ਸਟੂਡੈਂਟਸ ਦੀ ਗੱਲ ਕਰੀਏ ਜਾਂ ਫਿਰ ਪਲੇਅਰਸ ਦੀ ਗੱਲ ਕਰੀਏ, ਜਸਟਿਸ ਹੈ? ਜਸਟਿਸ ਨਾਮ ਦਾ वर्ड क्या सच्ची यूज़ किया जाना चाहिए? जस्टिस तो जन संघर्षों पे डिपेंड करती हैं। जैसे कि मतलब ऐसा तो है नहीं कि आज से पहले मतलब जो जस्टिस है वो इसीलिए मिली है अगर लोगों ने संघर्ष किया है साथ में मिलके। जैसे पंजाब का ही मुद्दा है जो फार्म लॉज का मुद्दा था, तो उसमें भी सारे लोग इकट्ठे मिलकर जो है उसको वापस रोल बैक करवाया था। तो मतलब एज इन जो आपकी कॉन्स्टिट्यूशनल डॉक्यूमेंटेड जस्टिस है वो तो मतलब कि वैसे तरीके से नहीं मिल सकती, पर उसका एक ही तरीका है कि जन संघर्ष हो, लोग साथ में मिलकर लड़े किसी भी मुद्दे पे। तो ये भी है कि जैसे खिलाड़ी लड़ रहे तो हम सारे जो स्टूडेंट्स हैं उनके साथ ही हैं, और यहाँ पे भी मतलब कि स्टूडेंट में भी बहुत सारी आवाज़ें उठाई गई है उनके फेवर में। तो जस्टिस एज अ नैरेटिव तो ऑन डॉक्यूमेंट्स तो परसिस्ट नहीं करता, पर जन संघर्षों के द्वारा उसे पाया जा सकता है। ਹੋਰ ਵੀ ਗੱਲਬਾਤ ਕਰਾਂਗੇ ਤੇ ਸਟੂਡੈਂਟਸ ਨੇ ਇੱਕ ਕੋਸ਼ਿਸ਼ ਕਰਾਂਗੇ ਗੱਲਬਾਤ ਕਰਨ, ਕਿਉਂਕਿ ਬਹੁਤ ਘੱਟ ਬੋਲਦੇ ਨੇ, ਕਈ ਮੁੱਦਿਆਂ ਨੂੰ ਲੈ ਕੇ ਬਹੁਤ ਘੱਟ ਬੋਲਦੇ ਨੇ। ਯੂਥ ਹੈ, ਸਟੂਡੈਂਟਸ ਬੈਠੇ ਨੇ, ਪਰ ਜਦੋਂ ਕੁੜੀ ਦੇ ਹੱਕ ਦੀ ਗੱਲ ਆਉਂਦੀ ਹੈ, ਜਦੋਂ ਰੈਸਲਰਾਂ ਦੀ ਗੱਲ ਆਉਂਦੀ ਹੈ, ਭਾਜੀ ਇੱਕ ਸਵਾਲ ਕਰਾਂਗੇ
ਕਿਆ ਮੰਨਦੇ ਹੋ ਜੋ ਦਿੱਲੀ ਜੰਤਰ ਮੰਤਰ ਦੇ ਵਿੱਚ ਹੋਇਆ ਹੈ, ਜੋ ਪਲੇਅਰਸ ਦੇ ਨਾਲ ਹੋਇਆ ਹੈ, ਕਿਆ ਜਸਟਿਸ ਮਿਲਿਆ ਹੈ ਕਿਸੇ ਨੂੰ ਜਾਂ ਫਿਰ ਕੁੜੀਆਂ ਸੇਫ ਨੇ? ਨਹੀਂ, ਕੁੜੀਆਂ ਬਿਲਕੁਲ ਸੇਫ ਨਹੀਂ ਨਾ ਜਸਟਿਸ ਮਿਲਿਆ। ਕੁੜੀਆਂ ਜਦੋਂ ਹੀ ਸੇਫ ਹੋਣਗੀਆਂ ਮੇਰੇ ਹਿਸਾਬ ਨਾਲ ਜਦੋਂ ਇਹ ਗਵਰਨਮੈਂਟ 'ਚ ਚੇਂਜਸ ਆਉਂਗੀ। ਹਾਂਜੀ ਭਾਜੀ ਜਸਟਿਸ ਦੀ ਗੱਲ ਕੀਤੀ ਜਾਂਦੀ ਹੈ, ਕੁੜੀਆਂ ਨੇ ਇੱਕ ਪਾਸੇ ਕਹਿੰਦੇ ਨੇ ਵੀ ਬੇਟੀ ਬਚਾਓ ਬੇਟੀ ਪੜ੍ਹਾਓ ਦਾ ਨਾਰਾ, ਪਰ ਜੋ ਜੰਤਰ ਮੰਤਰ ਵਿੱਚ ਪੁਲਿਸ ਨੇ ਕੀਤਾ ਹੈ, ਜੋ ਸਾਡੇ ਪਲੇਅਰ ਜਿਹਨੇ 골ਡ ਮੈਡਲ ਲੈ ਕੇ ਆਏ ਉਹਨੂੰ ਚੱਕਿਆ, ਇਸ ਨੂੰ ਲੈ ਕੇ ਯੂਥ ਕੀ ਸੋਚਦਾ? ਯੂਥ ਤਾਂ ਇਹੀ ਸੋਚਦਾ ਵੀ ਜੋ ਹੋਇਆ ਬਿਲਕੁਲ ਗਲਤ ਹੋਇਆ, ਵੀ ਬਾਕੀ ਇਹਨਾਂ ਤੇ ਆਪਾਂ ਨੂੰ ਇਕੱਠੇ ਹੋਣ ਦੀ ਲੋੜ ਹੈ, ਆਪਾਂ ਨੂੰ ਸਾਰਿਆਂ ਨੂੰ ਸਾਥ ਦੇਣ ਦੀ ਲੋੜ ਹੈ ਉਹਨਾਂ ਦੀ। ਹਾਂਜੀ ਮੰਨਦੇ ਵੀ ਜਦੋਂ ਤਾਂ ਇੱਕ ਧੀ ਕਹਿੰਦੇ ਵੀ ਮੈਡਲ ਲੈ ਕੇ ਆਉਂਦੀ ਹੈ ਫਿਰ ਤਾਂ ਖੁਸ਼ੀ ਮਨਾਈ ਜਾਂਦੀ ਹੈ, ਪਰ ਜਦੋਂ ਉਹ ਧਰਨੇ ਨਾਲ ਜਦੋਂ ਆਪਣੇ ਰਾਈਟਸ ਦੀ ਗੱਲ ਆ ਗਈ ਫਿਰ ਅਸੀਂ ਆਤੰਕਵਾਦੀ ਹੋ ਗਏ, ਟੈਰਰਿਸਟ ਹੋ ਗਏ, ਮਤਲਬ ਇਹੀ ਗੱਲ ਹੈ ਬਸ। ਹੋਰ ਵੀ ਗੱਲਬਾਤ ਕਰਾਂਗੇ ਕਿਉਂਕਿ ਯੂਨੀਵਰਸਿਟੀ ਵਿੱਚ ਕਿਉਂਕਿ ਹਰ ਦਾ ਅਲੱਗ-ਅਲੱਗ ਇਸ ਚੀਜ਼ ਨੂੰ ਲੈ ਕੇ ਸੁਜੈਸ਼ਨ ਹੈ, ਹਰ ਇੱਕ ਕੋਈ ਅਲੱਗ-ਅਲੱਗ ਬੋਲਦੇ ਨੇ, ਕਿਉਂਕਿ ਜੋ ਵੀ ਜੰਤਰ ਮੰਤਰ ਦੇ ਵਿੱਚ ਹੋਇਆ ਹੈ, ਜੋ ਵੀ ਪੁਲਿਸ ਨੇ ਕੀਤਾ ਉਸ ਨੂੰ ਲੈ ਕੇ ਯੂਥ ਵੀ ਇੱਥੇ ਬੈਠੀ ਹੈ, ਯੂਥ ਨਾਲ ਗੱਲਬਾਤ ਕਰਾਂਗੇ। ਭਾਜੀ ਜਦੋਂ ਇੱਕ ਉਹ ਕਰਾਂ ਵੀ ਜੋ ਜੰਤਰ ਮੰਤਰ ਦੇ ਵਿੱਚ ਹੋਇਆ, ਜੋ ਸਾਡੇ ਪਲੇਅਰਸ ਦੇ ਨਾਲ ਹੋਇਆ ਹੈ, ਕਿਆ ਉਹ ਠੀਕ ਕੀਤਾ ਗਿਆ? ਕਿਉਂਕਿ ਜਦੋਂ ਵੀ ਗੱਲ ਹੱਕ ਦੀ ਆਉਂਦੀ ਹੈ ਫਿਰ ਧਰਨੇ ਲਾਏ ਗਏ, ਪਰ ਪੁਲਿਸ ਵੱਲੋਂ ਜੋ ਵੀ ਕਾਰਵਾਈ ਇਹ ਕਿਵੇਂ ਲੱਗੀ ਯੂਥ ਦੇ ਮਨ 'ਚ? ਜਿਹੜੀ ਕਾਰਵਾਈ ਹੈ ਪੁਲਿਸ ਵੱਲੋਂ ਉਹ ਤਾਂ ਨਿੰਦਣਯੋਗ ਹੈ ਜੀ। ਬਾਕੀ ਜਿਹੜਾ ਕੇਸ ਪੁਲਿਸ ਨੇ, ਵੈਸੇ ਅੱਜ ਮੈਂ ਅਖਬਾਰ ਪੜ੍ਹਿਆ 'ਚ ਲਿਖਿਆ ਹੋਇਆ ਕਿ ਜਿਹੜੀ ਕਾਰਵਾਈ ਹਲੇ ਪੈਂਡਿੰਗ ਹੈ, ਇਨਕੁਆਇਰੀ ਚੱਲ ਰਹੀ ਹੈ ਕੀ ਹੋਇਆ ਕੀ ਨਹੀਂ, ਉਹਦੇ ਉੱਤੇ ਵੀ ਦੇਸ਼ ਨੂੰ ਵਾਸੀਆਂ ਨੂੰ ਜਿਹੜਾ ਨੂੰ ਨਹੀਂ ਛੇਤੀ ਡਿਸੀਜਨ ਨਹੀਂ ਲੈਣਾ ਚਾਹੀਦਾ ਕਿਸੇ ਪ੍ਰਤੀ। ਬਟ ਇਹਦਾ ਜਿਹੜਾ ਜੋ ਪੁਲਿਸ ਵੱਲੋਂ ਕਾਰਵਾਈ ਉਹ ਨਿੰਦਣਯੋਗ ਹੈ। ਇਹਨਾਂ ਇੱਕ ਦੇਸ਼ ਦੇ ਪਲੇਅਰਾਂ ਵਾਸਤੇ ਜਿਨ੍ਹਾਂ ਨੇ ਤੁਹਾਨੂੰ ਤਗਮੇ ਲੈ ਕੇ ਆਏ ਆ, ਤੁਹਾਡਾ ਮਾਣ ਵਧਾਇਆ, ਉਹਨਾਂ ਨੂੰ ਇੰਨੀ ਖਿੱਚ ਤੂੰ ਇੰਨੀ ਬੁਰੇ ਤਰੀਕੇ ਨਾਲ ਕਰਨੀ ਬਹੁਤ ਨਿੰਦਣਯੋਗ ਹੈ। ਅੱਛਾ, ਇੱਕ ਪਾਸੇ ਓਲੰਪਿਕ ਦੇ ਵਿੱਚ ਮੈਡਲ ਲੈ ਕੇ ਆਏ, ਪਰ ਪਿਛਲੇ ਦਿਨੀ ਉਹਨਾਂ ਨੇ ਕਿਹਾ ਵੀ ਮੈਡਲ ਜਿਹੜੇ ਅਸੀਂ ਗੰਗਾ ਵਿੱਚ ਵਿਸਰਜਨ ਕਰਾਂਗੇ, ਵੀ ਇੱਕ ਕਿਤੇ ਨਾ ਕਿਤੇ ਹਰਟ ਹੋਏ ਨੇ, ਪਲੇਅਰ ਹਰਟ ਹੋਏ ਨੇ, ਤੇ ਜਦੋਂ ਗੱਲ ਆਉਂਦੀ ਹੈ ਵੀ ਜਦੋਂ ਤਾਂ ਜਿੱਤ ਕੇ ਜਾਂਦੇ ਫਿਰ ਤਾਂ ਖੁਸ਼ੀ ਮਨਾਈ ਜਾਂਦੀ ਹੈ, ਪਰ ਅੱਜ ਧਰਨੇ ਬੈਠੇ ਮੰਨਦੇ ਕਿਤੇ ਨਾ ਕਿਤੇ ਯੂਥ ਨੂੰ ਜਾਂ ਫਿਰ ਲੋਕਾਂ ਨੂੰ ਇਕੱਠੇ ਹੋਣਾ ਚਾਹੀਦਾ ਇਸ ਚੀਜ਼ ਦੇ? ਦੇਖੋ ਜ਼ਰੂਰ ਹੋਣਾ ਚਾਹੀਦਾ। ਇੱਕ ਪਲੇਅਰ ਦੇ ਨਾਲ ਸਭ ਤੋਂ ਵੱਡਾ ਸੁਪਨਾ ਹੁੰਦਾ ਇੱਕ ਤਗਮਾ। ਜੋ ਜੰਤਰ ਮੰਤਰ ਵਿੱਚ ਰੈਸਲਰਾਂ ਨਾਲ ਹੋਇਆ, ਜੋ ਪਹਿਲਵਾਨਾਂ ਨਾਲ ਹੋਇਆ, ਉਸ ਨੂੰ ਲੈ ਕੇ ਯੂਥ ਗੁੱਸੇ 'ਚ ਵੀ ਹੈ, ਪਰ ਉਹਨਾਂ ਨੇ ਇਹ ਵੀ ਕਹਿਣਾ ਹੈ ਕਿ ਯੂਥ ਨੂੰ ਇਕੱਠੇ ਹੋਣ ਦੀ ਜ਼ਰੂਰਤ ਹੈ। ਚੰਡੀਗੜ੍ਹ ਤੋਂ ਅਭਿਸ਼ੇਕ ਮਹਿੰਦੀ ਦੀ ਰਿਪੋਰਟ, ਪੰਜਾਬ ਤੱਕ।